ਭਾਰਤੀ ਪੁਲਾੜ ਵਿਗਿਆਨੀਆਂ ਦੀ ਚੰਦਰਮਾ ਜਿੱਤ ਤੋਂ ਬਾਅਦ ਇੱਕ ਹੋਰ ਵੱਡੀ ਉਪਲਬਧੀ ਰਵਾਨਾ ਹੋਇਆ ਭਾਰਤ ਦਾ ਪਹਿਲਾ ਸੂਰਜ ਮਿਸ਼ਨ ਆਦਿਤਿਆ L1 PSLV-C 57 ਵੱਲੋਂ ਸ਼੍ਰੀ ਹਰੀਕੋਟਾ ਤੇ ਸਤੀਸ਼ ਧਵਨ ਸੈਂਟਰ ਤੋਂ ਹੋਇਆ ਲਾਂਚ। ਹਰਿਆਣਾ ਦੇ ਨੂੰਹ ਵਿੱਚ G20 ਸੰਮੇਲਨ ਨੂੰ ਲੈ ਕੇ ਪੁਲਿਸ ਦੀ ਰਿਹਰਸਲ, 5 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣਗੇ 650 ਜਵਾਨ ਤੈਨਾਤ। ਅਤੇ PGI ਵਿੱਚ ਸ਼ੁਰੂ ਹੋਈ ਦੇਸ਼ ਦੀ 38ਵੀਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜੇ ਦੀ ਮੁਹਿੰਮ, 1985 ਤੋਂ ਸਫਲਤਾਪੂਰਵਕ ਚੱਲ ਰਿਹਾ ਹੈ ਇਹ ਮੁਹਿੰਮ। ਨਮਸਕਾਰ, ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਜਗਜੀਤ ਕੌਰ ਤੇ ਹੁਣ ਖਬਰਾਂ ਵਿਸਥਾਰ ਨਾਲ। ਚੰਦਰਮਾ ਤੋਂ ਬਾਅਦ ਸੂਰਜ ਵੱਲ ਵੀ ਭਾਰਤ ਹੁਣ ਕਦਮ ਵਧਾਏ ਜਾ ਰਹੇ ਨੇ। ਭਾਰਤੀ ਅਨੁਸੰਧਾਨ ਸੰਗਠਨ ਯਾਨੀ ਇਸਰੋ ਨੇ ਅੱਜ ਸਤੀਸ਼ ਧਵਨ ਸਪੇਸ ਸੈਂਟਰ ਸ਼੍ਰੀ ਹਰੀਕੋਟਾ ਤੋਂ PSLV-C 57 ਦੇ ਮਾਧਿਅਮ ਨਾਲ ਆਦਿਤਿਆ ਉਪਗ੍ਰਹਿ ਦਾ ਸਫਲਤਾਪੂਰਵਕ ਲਾਂਚ ਕੀਤਾ। ਇਸ ਦੇ ਨਾਲ ਹੀ ਸੂਰਜ ਦੇ ਅਧਿਐਨ ਦੇ ਮਿਸ਼ਨ ਦੀ ਦਿਸ਼ਾ ਵਿੱਚ ਭਾਰਤ ਨੇ ਆਪਣਾ ਕਦਮ ਵੀ ਵਧਾ ਦਿੱਤਾ ਹੈ। ਆਦਿਤਿਆ L1 4 ਮਹੀਨਿਆਂ ਦੇ ਸਮੇਂ ਵਿੱਚ ਲੈਂਗਰੇਜ 1 ਬਿੰਦੂ ਉੱਪਰ ਪਹੁੰਚ ਜਾਵੇਗਾ, ਜਿੱਥੇ ਸੂਰਜ ਅਤੇ ਪ੍ਰਿਥਵੀ ਦੀ ਖਿੱਚ ਬਲ ਆਕਰਸ਼ਣ ਉੱਨਤ ਖੇਤਰ ਉਤਪੰਨ ਕਰਦੇ ਨੇ। ਆਦਿਤਿਆ L1 ਮਿਸ਼ਨ ਦਾ ਉਦੇਸ਼ ਸੂਰਜੀ ਹਵਾ ਅਤੇ ਸੂਰਜ ਦੇ ਵਾਤਾਵਰਣ ਦਾ ਅਧਿਐਨ ਕਰਨਾ ਹੈ। ਇਸ ਉਪਗ੍ਰਹਿ ਵਿੱਚ ਪ੍ਰਕਾਸ਼ ਮੰਡਲ, ਕ੍ਰੋਮੋਸਫੀਅਰ ਅਤੇ ਸੂਰਜ ਦੀਆਂ ਸਭ ਤੋਂ ਭਾਰੀ ਪਰਤਾਂ ਅਰਥਾਤ ਕੋਰੋਨਾ ਦਾ ਨਿਰੀਖਣ ਕਰਨ ਲਈ 7 ਪੇਲੋਡ ਨੇ। ਇਹ ਕੋਰੋਨਲ ਹਿੰਟਿੰਗ ਦੀਆਂ ਸਮੱਸਿਆਵਾਂ ਨੂੰ ਸਮਝਣ ਵਿੱਚ ਮਦਦ ਕਰੇਗਾ। Aditya L1 spacecraft has been injected in an elliptical orbit of 235 by 19,500 kilometers, which is intended very precisely by the PSLV. Very unique mission mode here, with the upper stage of the PSLV taking 2 burn sequence for injecting the primary satellite for the first time. So I want to congratulate PSLV for such a very different mission approach today to do this mission of Aditya L1 to put it in the right orbit. From now, the Aditya L1 will take its journey after some Earth maneuvers. It will start its journey to the L1 point. ਆਦਿਤਿਆ L1 ਨੂੰ ਲੈ ਕੇ ਜਾਣ ਵਾਲਾ PSLV-C ਵਿੱਚ ਜ਼ਿਆਦਾ ਮਾਤਰਾ ਵਿੱਚ ਇੰਧਣ ਨੂੰ ਲੈ ਜਾਣ ਲਈ ਲੰਬੇ ਸਟ੍ਰੈਪ ਔਨ ਮੋਟਰਾਂ ਨੇ PSLV-XL ਦੀ ਵਰਤੋਂ 28 ਸਤੰਬਰ 2015 ਨੂੰ ਭਾਰਤ ਦੀ ਪਹਿਲੀ ਖਗੋਲ ਵਿਗਿਆਨ ਆਬਜ਼ਰਵੇਟਰੀ ਐਸਟ੍ਰੋਸੈਟ ਨੂੰ ਲਾਂਚ ਕਰਨ ਲਈ ਕੀਤੀ ਗਈ ਸੀ। ਨਰਿੰਦਰ ਮੋਦੀ ਨੇ ਅੱਜ ਦੇਸ਼ ਦੇ ਪਹਿਲੇ ਸੂਰਜ ਮਿਸ਼ਨ ਆਦਿਤਿਆ L1 ਦੇ ਸਫਲ ਲਾਂਚ ਹੋਣ ਤੇ ਇਸਰੋ ਦੇ ਵਿਗਿਆਨੀਆਂ ਤੇ ਇੰਜੀਨੀਅਰਾਂ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਨੇ ਕਿਹਾ ਕਿ ਆਦਿਤਿਆ LA ਜੋ ਭਾਰਤ ਦੇ ਸਵਦੇਸ਼ੀ ਪੁਲਾੜ ਪ੍ਰੋਗਰਾਮ ਨੂੰ ਇੱਕ ਨਵੀਂ ਰਾਹ ਤੇ ਲੈ ਕੇ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਪੁਲਾੜ ਅਤੇ ਖਗੋਲ ਘਟਨਾਵਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਪੂਰੀ ਤਰ੍ਹਾਂ ਮਾਨਵਤਾ ਦੇ ਕਲਿਆਣ ਲਈ ਬ੍ਰਹਿਮੰਡ ਦੀ ਬਿਹਤਰ ਸਮਝ ਵਿਕਸਿਤ ਕਰਨ ਲਈ ਭਾਰਤ ਦੇ ਅਣਥੱਕ ਵਿਗਿਆਨਕ ਯਤਨ ਜਾਰੀ ਰਹਿਣ ਦੀ ਗੱਲ ਕਹੀ। PM ਮੋਦੀ ਨੇ ਕਿਹਾ ਕਿ ਚੰਦਰਯਾਨ 3 ਦੀ ਸਫਲਤਾ ਤੋਂ ਬਾਅਦ ਭਾਰਤ ਨੇ ਆਪਣੀ ਪੁਲਾੜ ਯਾਤਰਾ ਜਾਰੀ ਰੱਖੀ ਹੈ। ਹਰਿਆਣਾ ਪ੍ਰਸ਼ਾਸਨ ਨੇ ਕੱਲ੍ਹ ਨੂੰ ਵਿੱਚ ਹੋਣ ਵਾਲੇ G20 ਸੰਮੇਲਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਨੇ। ਸੁਰੱਖਿਆ ਵਿਵਸਥਾ ਵਿੱਚ ਤੈਨਾਤ ਰਹਿਣ ਵਾਲੇ ਪੁਲਿਸ ਕਰਮਚਾਰੀਆਂ ਦੀ ਰਿਹਰਸਲ ਕਰਵਾਈ ਗਈ। ਵਿਦੇਸ਼ੀ ਡੈਲੀਗੇਟਾਂ ਦੀ ਸੁਰੱਖਿਆ ਲਈ 5 ਕਿਲੋਮੀਟਰ ਦੇ ਦਾਇਰੇ ਅੰਦਰ ਚੌਕਸੀ ਤਿੱਖੀ ਰੱਖੀ ਗਈ ਹੈ। ਇਸ ਦੇ ਲਈ 650 ਪੁਲਿਸ ਜਵਾਨ ਤੈਨਾਤ ਕੀਤੇ ਜਾਣਗੇ। IG ਰਜਿੰਦਰ ਸਿੰਘ ਅਤੇ ਨੂੰ ਪੁਲਿਸ ਦੇ SP ਨਰਿੰਦਰ ਬਿਜ਼ਾਰਨੀਆ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਹੋਟਲ ਦੇ ਆਸ-ਪਾਸ 144 ਧਾਰਾ ਲਗਾਈ ਗਈ। ਕਿਸੇ ਵੀ ਤਰ੍ਹਾਂ ਦੇ ਡਰੋਨ ਨੂੰ ਉਡਾਉਣ ਦੀ ਆਗਿਆ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਨਹੀਂ ਦਿੱਤੀ। ਡਿਪਟੀ ਕਮਿਸ਼ਨਰ ਧਿਰੇਂਦਰ ਖਡਗੜਾ ਨੇ ਦੱਸਿਆ ਕਿ G20 ਸੰਮੇਲਨ ਦਿੱਲੀ ਵਿੱਚ ਹੋਣ ਜਾ ਰਿਹਾ ਹੈ, ਜਿਸ ਵਿੱਚ 20 ਦੇਸ਼ਾਂ ਦੇ ਰਾਸ਼ਟਰੀ ਪ੍ਰਧਾਨ ਅਤੇ ਐਸੋਸੀਏਟ ਰਾਸ਼ਟਰੀ ਪ੍ਰਧਾਨ ਹਿੱਸਾ ਲੈਂਦੇ ਨੇ। ਇਸ ਤੋਂ ਇਲਾਵਾ ITC ਗ੍ਰੈਂਡ ਭਾਰਤ ਹੋਟਲ ਵਿੱਚ ਸ਼ੇਰਪਾ ਦੀ ਮੀਟਿੰਗ ਹੋਈ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਇਹ ਆਖਰੀ ਮੀਟਿੰਗ ਹੈ। ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਨੂੰ ਹਰਿਆਣਾ ਅਤੇ ਮੇਵਾਤ ਦੇ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ।
2 दिवसीय सम्मेलन होने वाला है। उसमें G20 के राष्ट्राध्यक्ष प्लस एसोसिएट जो राष्ट्राध्यक्ष हैं वो सारे के सारे यहाँ पर आ रहे हैं। उसी के पहले एक शेरपा मीटिंग की सबसे महत्वपूर्ण कड़ी है, जिसके अंतर्गत जितना भी हमने G20 के अंदर जो एजेंडा बनेगा या फाइनलाइज होगा वो यहाँ पर ड्राफ्ट होगा। ये आखिरी मीटिंग कह सकते हैं G20 की मीटिंग से पहले। इसके अंतर्गत जितने भी NSA लेवल के या जो वहाँ के राष्ट्राध्यक्षों के द्वारा जो नॉमिनेट किए गए हैं लोग, वो उस मीटिंग के अंदर रहेंगे और जो ड्राफ्ट है हर चीज़ पे ऊपर वो फाइनलाइज करेंगे। ये यहाँ पर 3 तारीख से लेके 7 तारीख तक होगा। ये मेवात के लिए भी बहुत इंपॉर्टेंट है और हरियाणा के लिए भी बहुत इंपॉर्टेंट कि इतनी महत्वपूर्ण मीटिंग यहाँ पर हो जा रही है। G20 ਸੰਮੇਲਨ ਵਿੱਚ ਆਉਣ ਵਾਲੇ ਮਹਿਮਾਨਾਂ ਦੀ ਸੁਰੱਖਿਆ ਲਈ ਨੂੰ ਪੁਲਿਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ। ਦੇਸ਼ ਵਿੱਚ 38ਵਾਂ ਰਾਸ਼ਟਰੀ ਅੱਖਾਂ ਦਾਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਹ ਮੁਹਿੰਮ PGI ਚੰਡੀਗੜ੍ਹ ਵਿੱਚ ਸ਼ੁਰੂ ਕੀਤੀ ਗਈ ਹੈ। ਸਫਲਤਾਪੂਰਵਕ ਚੱਲ ਰਿਹਾ ਹੈ ਇਹ ਮੁਹਿੰਮ। ਵਰਤਮਾਨ ਵਿੱਚ ਭਾਰਤ ਵਿੱਚ ਲਗਭਗ 1.2 ਮਿਲੀਅਨ ਲੋਕ ਕੋਰਨੀਅਲ ਨੇਤਰਹੀਨ ਨੇ ਅਤੇ ਦੇਸ਼ ਵਿੱਚ ਮੌਜੂਦਾ ਸਾਲਾਨਾ ਟ੍ਰਾਂਸਪਲਾਂਟਾਂ ਦੀ ਗਿਣਤੀ 25,000 ਤੋਂ 30,000 ਹੈ। PGI ਵਿੱਚ ਲਗਭਗ 2200 ਮਰੀਜ਼ ਆਪਣੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਦੀ ਉਡੀਕ ਕਰ ਰਹੇ ਨੇ, ਪਰ ਹਸਪਤਾਲ ਵਿੱਚ ਹਰ ਸਾਲ 400 ਤੋਂ 500 ਕੋਰਨੀਅਲ ਹੀ ਪ੍ਰਾਪਤ ਹੁੰਦੇ ਨੇ। ਇਸ ਪੰਦਰਵਾੜੇ ਦਾ ਉਦੇਸ਼ ਜਨ ਜਾਗਰੂਕਤਾ ਪੈਦਾ ਕਰਨਾ ਅਤੇ ਕੋਰਨੀਅਲ ਦੀ ਮੰਗ ਅਤੇ ਸਪਲਾਈ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਹੈ। ਇਸ ਸਾਲ ਲੋਕਾਂ ਨੂੰ ਜਾਗਰੂਕ ਕਰਨ ਲਈ ਸਕੂਲਾਂ, ਕਾਲਜਾਂ ਅਤੇ ਜਨਤਕ ਥਾਵਾਂ ਤੇ ਅੱਖਾਂ ਦਾਨ ਕਰਨ ਲਈ ਲੈਕਚਰ ਸੀਰੀਜ਼ ਦਾ ਆਯੋਜਨ ਕੀਤਾ ਗਿਆ। ਇਸ ਤੋਂ ਇਲਾਵਾ ਅੱਖਾਂ ਦਾਨ ਕਰਨ ਸੰਬੰਧੀ ਸਕੂਲਾਂ ਵਿੱਚ ਪੇਂਟਿੰਗ ਮੁਕਾਬਲੇ, ਲਿਖਣ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਕਰਵਾਈਆਂ ਗਈਆਂ ਨੇ ਅਤੇ ਜੇਤੂਆਂ ਨੂੰ ਐਡਵਾਂਸ ਆਈ ਸੈਂਟਰ PGI ਵਿੱਚ ਸਨਮਾਨਿਤ ਕੀਤਾ ਜਾਵੇਗਾ। ਟ੍ਰਾਂਸਪਲਾਂਟੇਸ਼ਨ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। बिल्कुल मोटिव यही है कि क्योंकि ये जो कॉर्निया ब्लाइंडनेस का इशू है ये तो रहेगा। सवाल ये है कि हम कैसे इसको कम कर सकते हैं, जो गैप है डिमांड और सप्लाई में उसको कैसे कम कर सकते हैं। तो ये तो मुहिम चलती रहेगी और हर साल हम करते हैं इसको, टाइम टू टाइम इसका जो अवेयरनेस है लोगों में करते हैं। और यूथ को टैग करने का, उनसे कांटेक्ट करने का यही है, क्योंकि यूथ हमारे जो पॉपुलेशन में एक बहुत बड़ा हिस्सा है जो यंग लोग हैं और वही हैं जो देश को ड्राइव करते हैं। और बड़ी सारी जो सोशल आने वाली जो सोशल एक्टिविटीज़ हैं, कमर्शियल एक्टिविटीज़ हैं और बाकी जो भी है पॉलिटिकल एक्टिविटीज़ हैं, आई थिंक वो सब उन्हीं के थ्रू होने वाली हैं, होती भी हैं। तो इसलिए उनका इन्वॉल्व होना इसमें बहुत ज़रूरी है। उन्होंने कहा कि नौजवानों का इस मुहिम में शामिल होना बहुत ज़रूरी है। सरकार ने साबका राष्ट्रपति रामनाथ कोविंद की प्रधानगी विच एक देश एक चोणां की संभावना का पता लगाउण लई एक कमेटी गठित की है। इस मौके ते हरियाणा के मुख्यमंत्री मनोहर लाल ने कहा कि देश विच एक समय ते सारियां चोणां होण नाल जिथे लोकां दी भागीदारी वधेगी उत्थे ही समय ते पैसे की बचत भी होवेगी। एक देश एक चोणां दा प्रधानमंत्री दा कई साल पुराना सुपना पूरा हो रहा है, इसलिए देश के चोण कमीशन अते लॉ कमीशन ने भी सुझाव दिते ने। भारतीय जनता पार्टी ने भी एक स्वागत योग्य कदम उठाया है कि देश के पूर्व राष्ट्रपति माननीय श्री रामनाथ कोविंद जी के नेतृत्व में एक कमेटी बनाई है और वो कमेटी इस सब विषय को विचार करने के बाद अपनी रिपोर्ट देगी कि वन नेशन वन इलेक्शन, इसके जितने भी लाभ हैं वो सब सामने आएंगे। मैं मानता हूं कि बार बार इलेक्शन जब अलग अलग समय पर होते हैं तो इससे देश के एक्सचेकर पर भी बोझ पड़ता है, चुनाव मशीनरी को भी बार बार चुनाव कराने पड़ते हैं, आम आदमी भी इससे परेशान होता है। तो इसलिए देश के अंदर एक समय में सब चुनाव हो तो इसका लाभ बहुत से तरीकों से होगा। मुख्यमंत्री ने कहा कि आज़ादी तो बाद कुछ सालों तक देश विच लोक सभा और विधान सभा दीयां चोणां इकट्ठियां हुंदियां सन, पर कई कारणों करके ये परंपरा टुट गई सी। उन्होंने कहा कि देश विच एक समय चोणां होण ते भ्रिष्टाचार और काले धन ते रोक लगेगी।
ਪੰਜਾਬ ਦੇ ਖਜ਼ਾਨਾ ਯੋਜਨਾ ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਕਰ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਬਿੱਲ ਲਿਆਓ ਇਨਾਮ ਪਾਓ ਸਕੀਮ ਤਹਿਤ ਜਾਰੀ ਕੀਤੀ ਗਈ ਮੇਰਾ ਬਿੱਲ ਐਪ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਭਰ ਵਿੱਚ 105 ਤੋਂ ਵੱਧ ਸਥਾਨਾਂ ਤੇ ਚਲਾਈ ਗਈ ਮੁਹਿੰਮ ਸਦਕਾ ਇਸ ਐਪ ਦੇ ਲਾਂਚ ਹੋਣ ਤੋਂ ਕੁਝ ਘੰਟਿਆਂ ਵਿੱਚ ਹੀ 15,452 ਵਿਅਕਤੀਆਂ ਵੱਲੋਂ ਇਸ ਨੂੰ ਡਾਊਨਲੋਡ ਕੀਤਾ ਗਿਆ ਅਤੇ 948 ਖਪਤਕਾਰਾਂ ਵੱਲੋਂ ਆਪਣੇ ਬਿੱਲ ਵੀ ਅਪਲੋਡ ਕੀਤੇ ਗਏ। ਉਨ੍ਹਾਂ ਵੱਲੋਂ ਲੋਕਾਂ ਨੂੰ ਹਰ ਖਰੀਦ ਦਾ ਬਿੱਲ ਲੈਣ ਲਈ ਉਤਸ਼ਾਹਿਤ ਕਰਨ ਵਾਸਤੇ ਸ਼ੁਰੂਆਤੀ ਦੌਰ ਤੋਂ ਹੀ ਇਸ ਐਪ ਨੂੰ ਡਾਊਨਲੋਡ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੁਹਿੰਮ ਦੌਰਾਨ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸਡੀਐਮਸ ਵੱਲੋਂ ਵੀ ਇਸ ਐਪ ਨੂੰ ਡਾਊਨਲੋਡ ਕੀਤਾ ਗਿਆ ਤਾਂ ਜੋ ਲੋਕਾਂ ਤੱਕ ਇਸ ਐਪ ਦੇ ਇਸਤੇਮਾਲ ਰਾਹੀਂ ਸੂਬੇ ਦੀ ਆਰਥਿਕ ਮਜ਼ਬੂਤੀ ਵਿੱਚ ਹਿੱਸਾ ਪਾਉਣ ਦਾ ਸੁਨੇਹਾ ਦਿੱਤਾ ਜਾ ਸਕੇ। ਐਪ ਨੂੰ ਦਿੱਤੇ ਭਰਵੇਂ ਹੁੰਗਾਰੇ ਲਈ ਸੂਬੇ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਮੇਰਾ ਬਿੱਲ ਐਪ ਉੱਤੇ ਖਰੀਦ ਦਾ ਬਿੱਲ ਅਪਲੋਡ ਕਰਨ ਵਾਲੇ ਖਪਤਕਾਰਾਂ ਨੂੰ ਲੱਕੀ ਡਰਾਅ ਵਿੱਚ ਸ਼ਾਮਿਲ ਕੀਤਾ ਜਾਵੇਗਾ ਅਤੇ ਇਹ ਲੱਕੀ ਡਰਾਅ ਹਰੇਕ ਮਹੀਨੇ ਦੀ 7 ਤਰੀਕ ਨੂੰ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ 29 ਟੈਕਸੇਸ਼ਨ ਜ਼ਿਲ੍ਹੇ ਨੇ ਅਤੇ ਹਰੇਕ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ 10 ਇਨਾਮ ਦਿੱਤੇ ਜਾਣਗੇ ਅਤੇ ਇਹ ਇਨਾਮ ਵੱਧ ਤੋਂ ਵੱਧ 10,000 ਰੁਪਏ ਦਾ ਹੋਵੇਗਾ। ਪੰਜਾਬ ਦੀ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਨੇ ਕੱਲ੍ਹ ਚੰਡੀਗੜ੍ਹ ਦੇ ਪੰਜਾਬ ਭਵਨ ਵਿੱਚ 62 ਸੁਪਰਵਾਈਜ਼ਰਾਂ ਅਤੇ ਇੱਕ ਕਲਰਕ ਦੇ ਨਿਯੁਕਤੀ ਪੱਤਰ ਸੌਂਪੇ। ਉਨ੍ਹਾਂ ਨਵ ਨਿਯੁਕਤ ਮੁਲਾਜ਼ਮਾਂ ਨੂੰ ਵਧਾਈ ਦਿੰਦਿਆਂ ਪੂਰੀ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਵਿਭਾਗ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੀ ਭਲਾਈ ਲਈ ਕੰਮ ਕਰਦਾ ਹੈ। ਇਸ ਲਈ ਮੁਲਾਜ਼ਮਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਹਮੇਸ਼ਾ ਸੇਵਾ ਭਾਵਨਾ ਨਾਲ ਡਿਊਟੀ ਨਿਭਾਉਣ। ਇਸ ਮੌਕੇ ਵਿਭਾਗ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਡਿਸੇਬਿਲਟੀਜ਼ ਦੀ ਇੱਕ ਅਸਾਮੀ ਲਈ 15 ਸਤੰਬਰ 2023 ਤੱਕ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੀ ਧਾਰਾ 79 ਦੀ ਵਿਵਸਥਾ ਅਨੁਸਾਰ ਇੱਕ ਅਸਾਮੀ ਲਈ ਭਰਤੀ ਕੀਤੀ ਜਾਵੇਗੀ। ਮੰਤਰੀ ਨੇ ਦੱਸਿਆ ਕਿ ਬਿਨੇਕਾਰ ਆਪਣੀ ਅਰਜ਼ੀ ਨਿਰਧਾਰਿਤ ਪ੍ਰਫਾਰਮੇ ਵਿੱਚ ਤਸਦੀਕਸ਼ੁਦਾ ਦਸਤਾਵੇਜ਼ ਰਜਿਸਟਰ ਪੋਸਟ ਰਾਹੀਂ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਿਖੇ ਦਫ਼ਤਰ ਵਿੱਚ ਭੇਜ ਸਕਦੇ ਨੇ। ਪੀਜੀਆਈ ਵਿੱਚ ਪੋਸ਼ਣ ਮਹੀਨਾ ਮਨਾਇਆ ਗਿਆ। ਇਸ ਮੌਕੇ ਡਾਕਟਰ ਨੈਂਸੀ ਸਾਨੀ ਚੀਫ ਡਾਈਟੀਸ਼ੀਅਨ ਨੇ ਦੱਸਿਆ ਕਿ ਹਰ ਸਾਲ 1 ਸਤੰਬਰ ਤੋਂ 30 ਸਤੰਬਰ ਤੱਕ ਇਹ ਮਨਾਇਆ ਜਾਂਦਾ ਹੈ। ਇਸ ਪੋਸ਼ਣ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਲੋਕਾਂ ਦੀ ਜੀਵਨ ਸ਼ੈਲੀ ਅਤੇ ਖਾਣਾ ਪੀਣਾ ਠੀਕ ਢੰਗ ਨਾਲ ਨਾ ਹੋਣਾ ਕਿਸ ਤਰ੍ਹਾਂ ਬ੍ਰੇਨ ਨੂੰ ਪ੍ਰਭਾਵਿਤ ਕਰਦਾ ਹੈ, ਇਸ ਬਾਰੇ ਡਾਕਟਰਾਂ ਦੀ ਪੈਨਲ ਡਿਸਕਸ਼ਨ ਹੋਵੇਗੀ। ਦਾਖਲ ਹੋਏ ਮਰੀਜ਼ਾਂ ਦੀ ਕੇਸ ਸਟੱਡੀ ਕੀਤੀ ਜਾਵੇਗੀ ਕਿ ਉਹ ਕਿਸ ਤਰ੍ਹਾਂ ਠੀਕ ਹੋਏ ਨੇ। ब्रेन हेल्थ के लिए कैसी न्यूट्रिशन होनी चाहिए। जिस तरह से आजकल स्ट्रेस फैक्टर्स हैं, लाइफस्टाइल ख़राब हो गया लोगों का, खान पीन ख़राब हो गया, तो ब्रेन हेल्थ को वो कैसे इफ़ेक्ट कर रहा है, इसके बारे में सारे डॉक्टर्स, डाइटिशियंस सब ये डिस्कस करेंगे। टॉक्स होंगी, पैनल डिस्कशन होगा, केस स्टडीज़ भी होंगी। केस स्टडीज़ उन पेशेंट्स पे हैं जो यहाँ पे एडमिटेड हैं और उनको हमने कैसे टैकल किया विद डाइट। तो ये इसमें सारा इस आज का जो प्रोग्राम है हमने फोकस लिया है न्यूरो हेल्थ, दैट इज ब्रेन हेल्थ। ਡਾਕਟਰ ਨੈਂਸੀ ਸਾਨੀ ਨੇ ਕਿਹਾ ਕਿ ਖਾਣ ਪੀਣ ਦੀਆਂ ਆਦਤਾਂ ਸੁਧਾਰੀਆਂ ਜਾਣ ਜਿਸ ਨਾਲ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਠੀਕ ਹੋ ਸਕਣ। KRBL ਲਿਮਿਟਡ ਵੱਲੋਂ ਇੰਡੀਆ ਗੇਟ ਬਾਸਮਤੀ ਚਾਵਲ ਭਾਰਤ ਦੇ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਦੀ ਪ੍ਰਧਾਨਗੀ ਹੇਠ ਈਟ ਰਾਈਸ ਇੰਡੀਆ ਪਹਿਲ ਕਦਮੀ ਦੇ ਸਹਿਯੋਗ ਨਾਲ ਵਿਸ਼ਵ ਦੇ ਨੰਬਰ 1 ਬਾਸਮਤੀ ਚਾਵਲ ਬ੍ਰਾਂਡ ਨੇ ਬਾਸਮਤੀ ਨਾਲ ਸਮਝੌਤਾ ਲਾਂਚ ਕੀਤਾ। 1 ਅਗਸਤ 2023 ਨੂੰ ਨਿਯਮ ਲਾਗੂ ਹੋਣ ਦੇ ਬਾਵਜੂਦ ਇੰਡੀਆ ਗੇਟ ਬਾਸਮਤੀ ਚਾਵਲ ਸਿਹਤਮੰਦ ਖਾਣ ਦੀਆਂ ਆਦਤਾਂ ਅਤੇ ਸੰਤੁਲਿਤ ਪੋਸ਼ਣ ਨੂੰ ਉਤਸ਼ਾਹਿਤ ਕਰਨ ਅਤੇ ਨਾਲ ਹੀ ਵਿੱਚ ਵਿਆਪਕ ਜਾਗਰੂਕਤਾ ਦੇ ਨਾਲ ਪੂਰੇ ਭਾਰਤ ਵਿੱਚ ਖਪਤਕਾਰਾਂ ਨੂੰ ਭੋਜਨ ਸੁਰੱਖਿਆ ਬਾਰੇ ਜਾਗਰੂਕਤਾ ਪੈਦਾ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। KRBL ਲਿਮਿਟਡ ਦੇ ਬਿਜ਼ਨਸ ਹੈਡ ਆਯੂਸ਼ ਗੁਪਤਾ ਨੇ ਕਿਹਾ ਕਿ ਅਸੀਂ FSSAI ਦੀ ਬਾਸਮਤੀ ਚਾਵਲ ਲਈ ਪਹਿਚਾਣ ਦੇ ਮਾਪਦੰਡ ਤੈਅ ਕਰਨ ਵਿੱਚ ਉਹਨਾਂ ਦੀ ਦੂਰਅੰਦੇਸ਼ੀ ਪਹੁੰਚ ਦੀ ਸ਼ਲਾਘਾ ਕਰਦੇ ਹਾਂ। ਇਹ ਨਿਯਮ ਭਾਰਤ ਅਤੇ ਵਿਸ਼ਵ ਪੱਧਰ ਦੇ ਬਾਸਮਤੀ ਚੌਲਾਂ ਦੀ ਪ੍ਰਮਾਣਿਕਤਾ ਅਤੇ ਸੁਰੱਖਿਆ ਵਿੱਚ ਖਪਤਕਾਰਾਂ ਦੇ ਵਿਸ਼ਵਾਸ ਨੂੰ ਵਧਾਏਗਾ। ਦੁਨੀਆ ਦੇ ਨੰਬਰ 1 ਇੰਡੀਆ ਗੇਟ ਰਾਈਸ ਹਮੇਸ਼ਾ ਬਾਸਮਤੀ ਦੇ ਅਨਾਜਾਂ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਵਚਨਬੱਧ ਰਿਹਾ ਹੈ। ਉਨ੍ਹਾਂ ਕਿਹਾ ਕਿ RBL ਗੁਣਵੱਤਾ ਦੇ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਫੂਡ ਸੇਫਟੀ ਕਮਿਸ਼ਨਰ ਡਾਕਟਰ ਅਭਿਨਵ ਤ੍ਰਿਖਾ ਨੇ ਕਿਹਾ ਕਿ ਉਹ ਅਜਿਹੀਆਂ ਕਾਨਫਰੰਸਾਂ ਰਾਹੀਂ ਜਾਗਰੂਕਤਾ ਪੈਦਾ ਕਰਨ ਲਈ ਪਹਿਲ ਕਦਮੀ ਨੂੰ ਦੇਖ ਕੇ ਖੁਸ਼ ਨੇ।
ਹੁਣ ਗਵਰਨਮੈਂਟ ਨੇ ਬਾਸਮਤੀ ਰਾਈਸ ਦੇ ਸਟੈਂਡਰਡਸ ਬਣਾਤੇ ਹੈ ਕਿ ਬਾਸਮਤੀ ਰਾਈਸ ਅਗਰ ਕੱਲ ਨੂੰ ਕੋਈ ਚੈਕਿੰਗ ਹੁੰਦੀ ਹੈ ਜਾਂ ਚੈੱਕ ਕਰਦੇ ਆ ਜਾਂ ਉਹਨੂੰ ਅਸੀਂ ਲੈਬੋਰਟਰੀ ਭੇਜਦੇ ਆ ਤਾਂ ਉਹਨੂੰ ਕਿਸ ਮਾਪਦੰਡ ਨਾਲ ਚੈੱਕ ਕੀਤਾ ਜਾਏ ਤਾਂ ਕਿ ਪਤਾ ਲੱਗ ਜਾਏ ਕਿ ਵੀ ਇਹ ਬਾਸਮਤੀ ਵੇਚ ਰਿਹਾ ਸੀਗਾ ਕਿ ਨਹੀਂ ਵੇਚ ਰਿਹਾ ਸੀਗਾ। ਤੇ ਬੇਸਿਕਲੀ ਇਟ ਇਜ਼ ਦਾ ਡਿਊਟੀ ਆਫ ਦਾ ਗਵਰਨਮੈਂਟ ਕਿ ਉਹਨਾਂ ਨੂੰ ਅਸੀਂ ਕਿਆ ਰੈਮੇਡੀ ਦੇ ਸਕਦੇ ਆ। ਅਸੀਂ ਕੋਈ ਐਸੀ ਟੈਕਨੀਕ ਲੈ ਕੇ ਆਈਏ ਜਿਹੜੀ ਕਿ ਅਸੀਂ ਲੋਕਾਂ ਦੇ ਡੋਰ ਸਟੈਪ ਤੇ ਜਾ ਕੇ ਉਹਨਾਂ ਨੂੰ ਇਹ ਦੱਸ ਸਕੀਏ ਕਿ ਹਾਂ ਵੀ ਇਹ ਬਾਸਮਤੀ ਠੀਕ ਹੈ, ਇਹ ਬਾਸਮਤੀ ਹੈ, ਇਹ ਬਾਸਮਤੀ ਨਹੀਂ ਹੈ। ਤੇ ਪਰਪਸ ਇਹੀ ਸਾਰੇ ਜਿਹੜੇ ਕਨਕਲੇਵ ਦਾ ਪਰਪਸ ਸਿਰਫ ਇਹੀ ਸੀਗਾ ਕਿ ਜਿਹੜੇ ਸਟੈਂਡਰਡਸ ਆਏ ਹੈ ਔਰ ਅਸੀਂ ਲੋਕਾਂ ਨੂੰ ਕਿੰਨਾ ਜਾਗਰੂਕ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਉੱਚ ਗੁਣਵੱਤਾ ਵਾਲੇ ਬਾਸਮਤੀ ਚੌਲਾਂ ਲਈ ਜਾਣਿਆ ਜਾਂਦਾ ਹੈ ਅਤੇ ਅਜਿਹੀਆਂ ਕਾਨਫਰੰਸਾਂ ਰਾਹੀਂ ਕਮੀਆਂ ਨੂੰ ਦੂਰ ਕੀਤਾ ਜਾਂਦਾ ਹੈ। ਤੇ ਤੁਸੀਂ ਸਾਡੇ ਸਮਾਚਾਰ YouTube ਚੈਨਲ DD ਨਿਊਜ਼ ਚੰਡੀਗੜ੍ਹ, Facebook DD ਨਿਊਜ਼ ਚੰਡੀਗੜ੍ਹ ਅਤੇ ਟਵਿੱਟਰ ਹੈਂਡਲ DD ਨਿਊਜ਼ CST ਤੇ ਵੀ ਦੇਖ ਸਕਦੇ ਹੋ। ਇਸੇ ਦੇ ਨਾਲ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਆਗਿਆ ਦਿਓ। ਨਮਸਕਾਰ।